ਆਨੰਦਪੁਰ ਸਾਹਿਬ ਛੱਡ ਜਾਣ ਵੇਲੇ ਜਦ ਸਰਸਾ ਤੋਂ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ ਔਰ ਅੱਧੀ ਰਾਤੀ ਹੀਰਿਆਂ ਦੀ ਭਰੀ ਖੁਰਜੀ ਚੁਰਾ ਲਈ ਔਰ ਮਾਤਾ ਜੀ ਨੇ ਉਸ ਨੂੰ ਕਿਹਾ ਕਿ ਚੁਰਾਉਣ ਦੀ ਕੀ ਲੋੜ ਸੀ, ਤੂੰ ਮੰਗ ਲੈਂਦਾ, ਮੈਂ ਕੀ ਨਾ ਕਰਨੀ ਸੀ। ਉਸ ਚੋਰ ਨਾਲੋਂ ਚਤੁਰ ਨੇ ਮਰਿੰਡੇ ਥਾਣੇ ਸ਼ਿਕਾਇਤ ਕਰ ਦਿੱਤੀ। ਮਾਤਾ ਜੀ ਬਾਬਾ ਜੋਰਾਵਰ ਸਿੰਘ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਪਕੜ ਕੇ ਗੱਡੇ ਦੇ ਉੱਤੇ ਬਿਠਾ ਕੇ ਸਰਹੰਦ ਪਹੁੰਚਾਇਆ ਗਿਆ। ਉੱਥੇ ਜਿਵੇਂ ਸਾਹਿਬਜ਼ਾਦਿਆਂ ਨੇ ਭਰੀ ਕਚਹਿਰੀ ਦੇ ਵਿੱਚ ਨਵਾਬ ਅਤੇ ਸੁੱਚਾ ਨੰਦ ਨੂੰ ਜਵਾਬ ਦਿੱਤੇ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸਿੱਖ ਇਤਿਹਾਸ ਪੜ੍ਹਨ ਵਾਲੇ ਨੂੰ ਹੈਰਾਨ ਹੋਣ ਦੀ ਕੋਈ ਲੋੜ ਨਹੀਂ, ਕਿਉਂਕਿ ਮਾਤ ਗੁਜਰੀ ਜੀ ਦੀ ਰੋਜ਼ ਦੀ ਗੁੜਤੀ ਜੋ ਉਹਨਾਂ ਨੂੰ ਅਡੋਲ ਰੱਖ ਰਹੀ ਸੀ। ਠੰਡੇ ਬੁਰਜ ਦੇ ਵਿੱਚ ਵੀ ਮਾਤ ਜੀ ਨੇ ਆਪਣੀਆਂ ਉਹੀ ਲੋਰੀਆਂ ਜਾਰੀ ਰੱਖੀਆਂ, ਜਿਸ ਦੇ ਵਿੱਚ ਇੱਕ ਦ੍ਰਿੜਤਾ ਸੀ ਕਿ ਕਚਹਿਰੀ ਦੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸਿਰਫ ਤੇ ਸਿਰਫ ਇੰਨਾ ਸੋਚਣਾ ਕਿ ਤੁਸੀਂ ਗੁਰੂ ਤੇਗ ਬਹਾਦਰ ਸ਼ਹੀਦ ਦੇ ਪੋਤਰੇ ਹੋ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਹੋ, ਉਹਨਾਂ ਦੇ ਸਾਹਿਬਜ਼ਾਦੇ ਹੋ। ਸਾਡੇ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਦ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਲਿਜਾਣ ਦੇ ਲਈ ਪਿਆਦੇ ਆਏ ਤਾਂ ਮਾਤ ਗੁਜਰੀ ਨੇ ਕਮਾਲ ਦੇ ਧੀਰਜ ਦੇ ਨਾਲ ਉਹਨਾਂ ਦੇ ਮੁੱਖ ਧੋ ਕੇ ਖੁਦ ਆਪਣੀ ਹੱਥੀਂ ਉਹਨਾਂ ਨੂੰ ਦਸਤਾਰਾਂ ਸਜਾਈਆਂ ਔਰ ਕਿਹਾ, ਬੇਟਾ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋ, ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹੋ, ਕਿਸੇ ਅੱਗੇ ਸਿਰ ਨਹੀਂ ਝੁਕਾਣਾ, ਕਚਹਿਰੀ ਦੇ ਵਿੱਚ ਜਾ ਕੇ ਗੱਜ ਕੇ ਫਤਿਹ ਬੁਲਾਉਣੀ ਔਰ ਅਡੋਲ ਖੜੇ ਰਹਿਣਾ। ਕੋਈ ਐਸੀ ਗੱਲ ਨਹੀਂ ਕਰਨੀ ਜਾਂ ਕਹਿਣੀ ਜਿਸ ਦੇ ਨਾਲ ਗੁਰੂ ਸਾਹਿਬਾਨਾਂ ਦੀ ਸ਼ਾਨ ਨੂੰ ਵੱਟਾ ਲੱਗੇ। ਉਸ ਵਕਤ ਸਾਹਿਬਜ਼ਾਦਿਆਂ ਨੇ ਜੋ ਮੋੜਵਾਂ ਜਵਾਬ ਦਿੱਤਾ, ਜਿਹਦਾ ਜ਼ਿਕਰ ਪੰਥ ਪ੍ਰਕਾਸ਼ ਦੇ ਵਿੱਚ ਹੈ। ਸਾਹਿਬਜ਼ਾਦੇ ਕਹਿਣ ਲੱਗੇ, ਧੰਨ ਭਾਗ ਹਮਾਰੇ ਹੈ ਮਾਈ, ਧਰਮ ਹੇਤ ਤਨ ਜੇ ਕਰ ਜਾਈ। ਇਹ ਸਾਡੇ ਧੰਨ ਭਾਗ ਹੋਣਗੇ ਜੇ ਸਾਡੇ ਤਨ ਧਰਮ ਹੇਤ ਲੱਗ ਜਾਣ। ਇਹ ਵੀ ਲਿਖਿਆ ਹੈ ਕਿ ਨਵਾਬ ਨੇ ਚਾਲ ਚੱਲੀ ਸੀ ਕਿ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਸੀ। ਜਦੋਂ ਛੋਟੀ ਖਿੜਕੀ ਹੀ ਖੁੱਲੀ ਰੱਖੀ ਗਈ ਕਿ ਹੁਣ ਤਾਂ ਝੁਕ ਕੇ ਅੰਦਰ ਆਉਣਗੇ ਹੀ। ਇਸ ਤਰ੍ਹਾਂ ਜਦ ਸਾਹਿਬਜ਼ਾਦੇ ਅੰਦਰ ਆਉਣ ਲੱਗੇ ਤਾਂ ਉਹਨਾਂ ਨੇ ਭਾਵ ਸਾਹਿਬਜ਼ਾਦਿਆਂ ਨੇ ਉਹਨਾਂ ਦਾ ਆਪਣੇ ਆਪ ਸਿਰ ਝੁਕ ਜਾਏਗਾ ਔਰ ਉਸ ਵਕਤ ਜਦੋਂ ਸਾਹਿਬਜ਼ਾਦੇ ਸਿਰ ਝੁਕਾ ਕੇ ਅੰਦਰ ਵੜਨਗੇ ਤਾਂ ਅਹਿਲਕਾਰੀ ਤਾੜੀਆਂ ਮਾਰ ਦੇਣਗੇ। ਪਰ ਸਾਹਿਬਜ਼ਾਦੇ ਇਸ ਚਾਲ ਨੂੰ ਸਮਝ ਗਏ ਔਰ ਕਚਹਿਰੀ ਵਿੱਚ ਜਾਂਦੇ ਹੀ ਪਹਿਲਾਂ ਉਹਨਾਂ ਨੇ ਪੈਰ ਅੰਦਰ ਕੀਤੇ, ਫਿਰ ਆਪਣਾ ਸਿਰ ਜਾਂਦਿਆਂ ਅੰਦਰ ਕੀਤਾ ਔਰ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਪ੍ਰਕਾਸ਼ ਦੀ ਸਾਖੀ 22ਵੀਂ ਦੇ ਵਿੱਚ ਲਿਖਿਆ ਹੈ ਕਿ ਸੁੱਚਾਨੰਦ, ਜਿਸ ਨੂੰ ਝੂਠਾਨੰਦ ਲਿਖਦੇ ਨੇ, ਕਿ ਝੂਠਾਨੰਦ ਨੇ ਕਿਹਾ ਕਿ ਜੋ ਸੂਬੇ को सलाम करो, तो तब साहबजादे वचन किया कि हम इनको सलाम नहीं करेंगे। तो झूठानंद ने कहा कि इनको सलाम करो, तो साहबजादे ने कहा कि क्या ये खुदाए हैं, पावे कि खुदा है जिहड़ा मैं इन्हां नूं सलाम करा। वो कहने लगा कि हाँ, ये वक्त का खुदा ही है, जिन्हों मर्जी फाहे ला देण, जिन्हों मर्जी छड़ देण, तो तुसी भी इन्हां नूं सलाम करो। तो फिर महिमा प्रकाश कहता कि साहबजादियां ने तब कहा, वचन किया कि हमने एक सच्चे पातशाह को सलाम किया है, अब और किसी को सलाम नहीं करते। न जब मस्तक सन्मुख टेके, शीस उलट मुड़ पाछे पेखे, बहुर कही चुस्त यह बानी, देखो बालक यह अभिमानी। सुचानंद उस वक्त कहने लगा, ये अभिमानी बालक ने। जोगी अल्लाह यार ने भी इस बाबत कुछ लिखिया है। वो कहता है, थी प्यारी सूरतें ये सज़ा और बरस रही, थी प्यारी सूरतें ये सजायत बरस रही, नन्ही सी मूर्तों से थी ज़ुर्रत बरस रही, रुख पर नवाब के भी शकावस बरस रही थी, राजों के मुँह पे साफ थी लाहनत बरस रही। गुरु साहिबान दे जिहड़े साहिबजादे सन, उन्हां दे चेहरिਆਂ ਤੋਂ ਇੱਕ ਜ਼ੁਰਤ ਬਰਸ ਰਹੀ ਸੀ ਤੇ ਨਵਾਬ ਦੇ ਜਿਹੜੇ ਚਮਚੇ ਖੜੇ ਸਨ, ਉਹਨਾਂ ਦੇ ਮੂੰਹ ਤੋਂ ਸ਼ਕਾਵਤ ਬਰਸ ਰਹੀ ਸੀ ਤੇ ਜਿਹੜੇ ਰਾਜੇ ਉਸ ਵਕਤ ਬਣੇ ਬੈਠੇ ਸਨ, ਉਹਨਾਂ ਦੇ ਮੂੰਹ ਤੋਂ ਅੱਲਾ ਯੋਗੀ ਯਾਰ ਕਹਿੰਦੇ ਲਾਨਤ ਬਰਸ ਰਹੀ ਸੀ। कथा गुरु जी के सुनत की किरत पाई दुनाचंद हडूरिया, जिसने लिखा है कि सुच्चानंद ने नवाब ਨੂੰ ਇਹ ਕਿਹਾ कि नीके बालक तो मत जानो, नागों के पूत बखानियो, तुमरे हाथ आज ये आए, करो अभे अपनी मनमाए। ਅਤੇ ਸਾਹਿਬਜ਼ਾਦਿਆਂ ਨੂੰ ਉਸਨੇ ਦੁਸ਼ਟ ਕਹਿ ਕੇ ਵੀ ਪੁਕਾਰਿਆ ਤਬ। ਔਰ ਫਿਰ ਉਹ ਕਹਿੰਦਾ ਹੈ ਕਿ ਕਰਤ ਦੁਨੀ ਰਾਮ ਟੂਰੀਆ ਕਿ ਦੁਸ਼ਟ ਉਹ ਨਹੀਂ, ਦੁਸ਼ਟ ਤੁਸੀਂ ਹੋ। ਭਾਵ ਤਬ ਦੁਸ਼ਟ ਐਸੇ ਫੁਨ ਕਹੇ, ਮਸਤਕ ਸਨਮੁਖ ਟੇਕੋ ਅਹੇ। ਉਸ ਦੁਸ਼ਟ ਨੇ ਕਿਹਾ ਕਿ ਇਹਨਾਂ ਦੇ ਨਵਾਬਾਂ ਦੇ ਅੱਗੇ, ਭਾਵ
ਇਸ ਨਵਾਬ ਦੇ ਅੱਗੇ ਆਪਣਾ ਮਸਤਕ ਟੇਕ ਦਿਓ, ਭਾਵ ਆਪਣਾ ਸੀਸ ਝੁਕਾਓ। ਵੀਰ ਮਿਰਗੇਸ਼ ਨੇ ਇੱਕ ਸਾਖੀ ਲਿਖੀ ਹੈ ਕਿ ਇਸੇ ਸੁੱਚਾਨੰਦ ਨੇ, ਜੋ ਰਿਸ਼ਤੇ ਦੇ ਵਿੱਚ ਚੰਦੂ ਦੇ ਪੁੱਤਰ ਦਾ ਕੁੜਮ ਸੀ, ਨੇ ਨਵਾਬ ਨੂੰ ਕਿਹਾ ਕਿ ਇਹ ਨਿੱਕੇ ਬਾਲਕ ਨਹੀਂ ਨੇ, ਇਹਨਾਂ ਦੇ ਲੱਛਣ ਬਾਲਾਂ ਵਰਗੇ ਨਹੀਂ ਨੇ, ਇਹ ਹੁਣੇ ਦੇਖ ਲੈਂਦੇ ਹਾਂ ਕਿ ਇਹ ਬਾਲਕ ਨਹੀਂ ਹੈ ਸਿਆਣੇ। ਉਸ ਨੇ ਇੱਕ ਵਿਉਂਤ ਦੇ ਮੁਤਾਬਕ ਬਾਹਰ ਕਚਹਿਰੀ ਦੇ ਬਾਹਰ 3 ਦੁਕਾਨਾਂ ਲਗਾ ਦਿੱਤੀਆਂ। ਇੱਕ ਦੇ ਵਿੱਚ ਖਿਡੌਣੇ ਰੱਖ ਦਿੱਤੇ, ਦੂਜੀ ਦੇ ਵਿੱਚ ਮਠਿਆਈ ਰੱਖ ਦਿੱਤੀ, ਤੀਜੇ ਦੇ ਵਿੱਚ ਹਥਿਆਰ ਔਰ ਸ਼ਸਤਰ ਰੱਖ ਦਿੱਤੇ। ਜਦ ਸਾਹਿਬਜ਼ਾਦਿਆਂ ਨੂੰ ਇਹ ਦੇਖਣ ਦੇ ਲਈ ਕਿਹਾ ਕਿ ਬਾਲ ਯੋਧੇ ਹਨ ਜਾਂ ਇਹਨਾਂ ਨੂੰ ਛੱਡਿਆ ਜਾਏਗਾ, ਜੇ ਤਾਂ ਇਹ ਮਠਿਆਈ ਦੀ ਦੁਕਾਨ ਵੱਲ ਜਾਣਗੇ ਤਾਂ ਬੱਚੇ ਨਹੀਂ, ਜਾਂ ਖਿਡੌਣਿਆਂ ਦੀ ਦੁਕਾਨ ਵੱਲ ਜਾਣਗੇ। ਲੇਕਿਨ ਉਹਨਾਂ ਨੇ ਨਾ ਮਠਿਆਈ ਦੀ ਦੁਕਾਨ ਵੱਲ ਦੇਖਿਆ, ਨਾ ਖਿਡੌਣਿਆਂ ਦੀ ਦੁਕਾਨ ਵੱਲ। ਦੋਨੋਂ ਹੀ ਸ਼ਸਤਰ ਦੀ ਦੁਕਾਨ ਵੱਲ ਭੱਜ ਗਏ। ਇੱਕ ਨੇ ਤੀਰ ਕਮਾਨ ਚੁੱਕ ਲਿਆ, ਦੂਸਰੇ ਨੇ ਨੇਜਾ ਚੁੱਕ ਲਿਆ। ਇਹ ਅਭਿਮਾਨ ਗੌਰਵ ਹੀ ਹੈ ਜੋ ਅੱਜ ਮਾਵਾਂ ਬੱਚਿਆਂ ਦੇ ਵਿੱਚ ਪਾ ਦੇਣ ਤਾਂ ਕੋਈ ਬੱਚਾ ਪਤਿਤ ਨਾ ਹੋਵੇ। ਫਿਰ ਜਦ ਕਲਮਾ ਪੜ੍ਹਨ ਦੇ ਲਈ ਬੱਚਿਆਂ ਨੂੰ ਕਿਹਾ ਗਿਆ ਤਾਂ ਉਹ ਬਾਲਕ ਨਾ ਮੰਨੇ ਔਰ ਨੀਹਾਂ ਦੇ ਵਿੱਚ ਚੁਣਵਾਏ ਗਏ ਅਤੇ ਸੀਸ ਦੇ ਦਿੱਤੇ। ਮਾਤ ਜੀ ਨੇ ਵੀ ਆਪਣੇ ਜੋਹਰ ਦੇ ਨਾਲ, ਭਾਵ ਆਪਣੇ ਪ੍ਰਾਣ ਤਿਆਗ ਦਿੱਤੇ। ਦੂਨਾ ਸਿੰਘ ਜੀ ਦੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਹੈ, ਸੋ ਨਾ ਮੰਨੇ ਤਿਸ ਸੀਸ ਦਿਓ, ਜਿਮ ਤੇਗ ਬਹਾਦਰ ਬਾਤ ਚਲਾਨੀ। ਗੁਰੂ ਤੇਗ ਬਹਾਦਰ ਜੀ ਨੇ ਜੋ ਸੀਸ ਦੇਣ ਦੀ ਗੱਲ ਚਲਾ ਦਿੱਤੀ ਸੀ, ਪੋਤਰਿਆਂ ਨੇ ਉਸ ਦੇ ਉੱਪਰ ਅਮਲ ਕੀਤਾ। ਮਾਤ ਚਲੀ ਕਰ ਜੋਹਰ ਆਪ ਹੈ, ਆਪ ਸੁਹਾਏ ਕਹੇ ਜਗਬਾਨੀ। ਇਹ ਵੀ ਲਿਖਿਆ ਹੈ ਕਿ ਨੀਹਾਂ ਦੇ ਵਿੱਚ ਚਿਣੇ ਜਾਣ ਵਾਲੇ ਸਾਹਿਬਜ਼ਾਦੇ ਇੱਕ ਦੂਜੇ ਨੂੰ ਇਹ ਆਖਦੇ ਸਨ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੇਟੇ ਹਾਂ, ਪੁੱਤਰ ਹਾਂ, ਔਰ ਗੁਰੂ ਤੇਗ ਬਹਾਦਰ ਸ਼ਹੀਦ ਦੇ ਪੋਤਰੇ ਹਾਂ। ਸੋ ਰਤਾ ਵੀ ਕਮਜ਼ੋਰੀ ਇਹਨਾਂ ਬੱਚਿਆਂ ਨੇ ਅਗਰ ਨਹੀਂ ਦਿਖਾਈ ਤਾਂ ਉਸ ਦੇ ਵਿੱਚ ਮਾਤ ਗੁਜਰੀ ਜੀ ਦੀਆਂ ਅਸੀਸਾਂ ਔਰ ਲੋਰੀਆਂ ਸ਼ਾਮਲ ਸਨ। ਫਤਿਹ ਸਿੰਘ ਤਬ ਕਹਿਓ ਬਖਾਨ, 10 ਪਾਤਸ਼ਾਹੀ ਹੋਏ ਹਾਨ। ਪੰਥ ਪ੍ਰਕਾਸ਼ ਦੇ ਲਿਖੇ ਵਚਨਾਂ ਦੇ ਮੁਤਾਬਕ ਹਮਰੇ ਬੰਸ ਰੀਤ ਇਹ ਆਈ, ਸੀਸ ਦੇ ਪਰ ਧਰਮ ਨਾ ਜਾਈ। ਮਾਤ ਗੁਜਰੀ ਜੀ ਨੇ ਇਹਨਾਂ ਬੱਚਿਆਂ ਨੂੰ ਕਿਹਾ ਸੀਗਾ ਕਿ ਹਮਰੇ ਬੰਸ ਰੀਤ ਇਹ ਆਈ, ਸਾਡੇ ਬੰਸ ਦੇ ਵਿੱਚ, ਭਾਵ ਸਾਡੇ ਵੰਸ਼ ਦੇ ਵਿੱਚ, ਜਿਹੜਾ ਸਾਡਾ ਪਰਿਵਾਰ ਹੈ ਉਸ ਦੇ ਵਿੱਚ ਇਹ ਰੀਤ ਹੈ, ਸੀਸ ਦੇਤ ਪਰ ਧਰਮ ਨਾ ਜਾਈ। ਅਸੀਂ ਸੀਸ ਤਾਂ ਦਿੰਦੇ ਹਾਂ ਪਰ ਆਪਣਾ ਧਰਮ ਨਹੀਂ ਦਿੰਦੇ, ਧਰਮ ਨਹੀਂ, ਔਰ ਆਪਣੀ ਧਰਮ ਦੀ ਖਾਤਰ ਆਪਣਾ ਸੀਸ ਦੇ ਦੇਣਾ। ਇੱਕ ਬਹੁਤ ਸੁੰਦਰ ਫੈਸਲਾ ਸੀ ਅੱਲਾ ਜੋਗੀ ਜਾਰ ਨੇ ਨੀਹਾਂ ਦੇ ਵਿੱਚ ਚਿਣਦੇ ਹੋਇਆਂ ਇਹ ਲਿਖਿਆ ਸੀ, ਸਦ ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ। ਜੇ ਸਦੀਆਂ ਵੀ ਮਨੁੱਖ ਜੀ ਲਵੇ ਤਾਂ ਵੀ ਆਖਰ ਮਰਨਾ ਹੀ ਹੈ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ। सद साल और जी के भी आखिर मरना ज़रूर था, सर कौम से बचाना ये गैरत से दूर था। ਤਿੰਨਾਂ ਦਾ ਇਕੱਠਿਆਂ ਹੀ ਭਾਵ ਮਾਤਾ ਜੀ ਦਾ, ਮਾਤ ਗੁਜਰੀ ਜੀ ਦਾ ਔਰ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ 28 ਦਸੰਬਰ 1704 ਵਾਲੇ ਦਿਨ ਜੋਤੀ ਸਰੂਪ ਵਾਲੀ ਥਾਂ ਉੱਤੇ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰ ਕਰਦੇ ਚਲੀਏ ਕਿ ਸੰਸਾਰ ਦੇ ਸਭ ਤੋਂ ਕੀਮਤੀ ਜ਼ਮੀਨ ਇਹੋ ਹੀ ਹੈ ਜੋ ਉਸ ਵਕਤ ਟੋਡਰਮਲ ਨੇ ਉਸ ਵਕਤ ਲੱਖਾਂ ਹੀ ਮੋਹਰਾਂ ਵਿਛਾ ਕੇ ਖਰੀਦੀ, ਔਰ ਸਭ ਤੋਂ ਕੀਮਤੀ ਵਿਚਾਰ ਵੀ ਉਹੀ ਹੈ ਜੋ ਦਾਦੀ ਦਾ ਇਹ ਫਰਜ਼ ਹੈ ਪੋਤਰਿਆਂ ਦੀ ਪਾਲਣਾ, ਔਰ ਪਾਲਣਾ ਕਿਸ ਤਰੀਕੇ ਨਾਲ ਕੀਤੀ ਕਿ ਲਾਡ ਵੀ ਲੜਾਏ ਔਰ ਲੋਰੀਆਂ ਵੀ ਸੁਣਾਈਆਂ, ਲੇਕਿਨ ਲਾਡ ਦੇ ਵਿੱਚ ਵੀ ਧਰਮ ਦੜਾਇਆ ਔਰ ਲੋਰੀਆਂ ਦੇ ਵਿੱਚ ਵੀ ਧਰਮ ਦੀ ਹੀ ਉਹਨਾਂ ਨੇ ਬੱਚਿਆਂ ਨੂੰ ਸਹੀ ਜਾਂਚ ਦੱਸੀ। ਮਾਤ ਗੁਜਰੀ ਨੇ ਲਾਡ ਦੇ ਵਿੱਚ ਵੀ ਧਰਮ ਦੀਆਂ ਹੀ ਲੋਰੀਆਂ ਲੜਾਈਆਂ। ਸੰਸਕਾਰ ਤਾਂ ਤਿੰਨਾਂ ਭਾਵ ਮਾਤਾ ਗੁਜਰੀ, ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ ਦਾ ਇਕੱਠਿਆ ਹੀ ਉੱਥੇ ਹੋਇਆ, ਪਰ ਸਾਹਿਬਜ਼ਾਦਿਆਂ ਦੇ ਅੰਦਰ ਜਿਹੜੀ ਚਾਰ ਦੀਵਾਰੀ ਅਤੇ ਮਾਤਾ ਗੁਜਰੀ ਜੀ ਦੀ ਜੋ ਦਲੀਲ ਹੈ ਉਸ ਦੇ ਉੱਤੇ ਅੱਜ ਵੀ ਜਿਹੜਾ ਵੀ ਜਾਂਦਾ ਹੈ ਉਸ ਦਾ ਸੀਸ ਕੇਵਲ ਤੇ ਕੇਵਲ ਇਸ ਕਰਕੇ ਝੁਕ ਜਾਂਦਾ ਹੈ ਕਿ ਅੱਜ ਵੀ ਦਾਦੀ ਆਪਣੇ ਬੱਚਿਆਂ ਨੂੰ ਉਹੀ ਲੋਰੀ ਸੁਣਾ ਰਹੀ ਹੈ ਜਿਹੜੇ ਅੱਜ ਵੀ ਬੱਚੇ ਉੱਥੇ ਜਾਂਦੇ ਨੇ ਕਿ ਧਰਮ ਪਾਲਣਾ ਕਿੰਨਾ ਜ਼ਰੂਰੀ ਹੈ। ਧਰਮ ਦੇ ਲਈ ਜਾਨ ਦੇਣ ਵਾਲੇ ਉਹੀ ਨੇ ਜਿਹੜੇ ਧਰਮ ਨੂੰ ਨਿਭਾਉਣ ਦੀ ਜਾਚ ਸਿੱਖਦੇ ਨੇ। ਅੱਜ ਬੱਚੇ ਖੁਦ ਆਪਣੇ ਆਪ ਨਾਈਆਂ ਦੇ ਕੋਲ ਜਾ ਕੇ ਆਪਣੇ ਕੇਸ ਕਤਲ ਕਰਵਾ ਰਹੇ ਨੇ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਰਸਾ ਦੇ ਵਿਛੇੜੇ ਵੇਲੇ ਆਪ ਸਤਿਗੁਰ ਪਾਤਸ਼ਾਹ ਨੇ ਆਪਣੇ ਬੱਚੇ ਆਪਣੀ ਦਾਦੀ ਦੇ ਨਾਲ ਭੇਜੇ ਸਨ। ਮਾਤ ਗੁਜਰੀ ਜੀ ਨੇ ਜਿਹੜੇ ਪੂਰਨੇ ਪਾਏ ਨੇ ਇਹ ਕੋਈ ਮਹਾਨ ਮਾਤਾ ਹੀ ਪਾ ਸਕਦੀ ਹੈ। तो मात गुजरी जी दे बाबत ये थोड़े कुछ शब्द ਆਪਾਂ ਬੋਲੇ ਨੇ।